ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਸਭ ਦਾ ਤੁਹਾਡੇ ਆਪਣੇ YouTube ਚੈਨਲ ਲੈਟਸ ਲਰਨ ਵਿਦ ਹਰਪ੍ਰੀਤ। ਸੋ ਸਾਡਾ ਅੱਜ ਦਾ ਟੌਪਿਕ ਹੈ ਮੈਟ੍ਰਿਸਿਸ। ਮੈਟ੍ਰਿਸਿਸ ਕਰਨ ਤੋਂ ਪਹਿਲਾਂ ਸਭ ਤੋਂ ਪਹਿਲਾਂ ਤੁਹਾਨੂੰ ਮੈਟ੍ਰਿਕਸ ਦੀ ਡੈਫੀਨੇਸ਼ਨ ਪਤਾ ਹੋਣੀ ਚਾਹੀਦੀ ਹੈ। ਮੈਟ੍ਰਿਕਸ ਦੀ ਡੈਫੀਨੇਸ਼ਨ ਕੀ ਕਹਿੰਦੀ ਹੈ ਕਿ ਇਹ ਇੱਕ ਸੈੱਟ ਹੈ, MN ਨੰਬਰਸ ਦਾ ਇੱਕ ਸੈੱਟ ਹੈ। ਉਹ MN ਨੰਬਰ ਰੀਅਲ ਵੀ ਹੋ ਸਕਦੇ ਆ, ਇਮੇਜਨਰੀ ਵੀ ਹੋ ਸਕਦੇ ਆ, ਜਿਨ੍ਹਾਂ ਨੂੰ ਅਸੀਂ ਅਰੇਂਜ ਕੀਤਾ ਹੈ ਇੱਕ ਰੈਕਟੈਂਗੂਲਰ ਐਰੇ ਦੀ ਫਾਰਮ ਦੇ ਵਿੱਚ। ਡੈਫੀਨੇਸ਼ਨ ਕੀ ਆ? ਇਹ ਸੈੱਟ MN ਨੰਬਰਸ ਰੀਅਲ ਔਰ ਇਮੇਜਨਰੀ ਅਰੇਂਜਡ ਇਨ ਦੀ ਫਾਰਮ ਆਫ ਰੈਕਟੈਂਗੂਲਰ ਐਰੇ, ਕਿ ਜਿਨ੍ਹਾਂ ਨੂੰ ਅਸੀਂ ਇੱਕ ਰੈਕਟੈਂਗੂਲਰ ਫਾਰਮ ਦੇ ਵਿੱਚ ਅਰੇਂਜ ਕੀਤਾ ਹੈ, ਜਿਹਦੇ ਵਿੱਚ M ਨੰਬਰ ਆਫ ਰੋਜ਼ ਹੈ ਅਤੇ N ਨੰਬਰ ਆਫ ਕਾਲਮਸ ਨੇ। M ਨੰਬਰ ਆਫ ਰੋਜ਼ ਐਂਡ N ਨੰਬਰ ਆਫ ਕਾਲਮਸ। ਫੋਰ ਐਗਜ਼ਾਮਪਲ, ਜਦੋਂ ਅਸੀਂ ਕੋਈ ਵੀ ਇੱਕ ਮੈਟ੍ਰਿਕਸ ਤਿਆਰ ਕਰਦੇ ਹਾਂ, ਜਿਹੜੀ M ਨੰਬਰ ਆਫ ਜਿਹਦੇ ਵਿੱਚ ਰੋਜ਼ ਹਨ ਅਤੇ N ਨੰਬਰ ਆਫ ਜਿਹਦੇ ਵਿੱਚ ਕਾਲਮਸ ਆ, ਅਤੇ ਉਹਨੂੰ ਅਸੀਂ ਕਿੱਦਾਂ ਅਰੇਂਜ ਕਰਦੇ ਹਾਂ। ਜਿੱਦਾਂ ਕਿ ਇਹ ਕੀ ਆ, ਫਸਟ ਰੋਜ਼ ਦੇ ਵਿੱਚ ਜਿਹੜੇ ਅਸੀਂ ਐਲੀਮੈਂਟਸ ਲਿਖਣੇ ਆ ਉਹ ਕਿਵੇਂ ਲਿਖਣੇ ਆ, ਕਿ ਜੇ ਫਸਟ ਰੋ ਆ, ਫਸਟ ਰੋਜ਼ ਦਾ ਅਸੀਂ ਪਹਿਲਾ ਐਲੀਮੈਂਟ ਚੁੱਕਣਾ। ਫਸਟ ਰੋ ਦਾ ਪਹਿਲਾ ਐਲੀਮੈਂਟ ਮਤਲਬ ਫਸਟ ਰੋ ਦਾ ਫਸਟ ਐਲੀਮੈਂਟ ਹੈ, ਠੀਕ ਹੈ। ਅਤੇ ਫਸਟ ਐਲੀਮੈਂਟ ਨੂੰ ਅਸੀਂ ਕਿੱਦਾਂ ਲਿਖਾਂਗੇ? ਫਸਟ ਰੋ ਹੈ ਅਤੇ ਫਸਟ ਹੀ ਕਾਲਮ ਹੈ। ਯਾਨੀ ਕਿ ਜਿਹੜਾ ਫਸਟ ਰਿਪਰਜੈਂਟ ਕਰਦਾ ਉਹ ਕੀ ਰਿਪਰਜੈਂਟ ਕਰਦਾ? ਰੋ ਨੂੰ, ਔਰ ਸੈਕਿੰਡ ਜਿਹੜਾ ਆ ਉਹ ਕਿਹਨੂੰ ਰਿਪਰਜੈਂਟ ਕਰਦਾ ਹੈ? ਕਾਲਮ ਨੂੰ। ਫਸਟ ਐਲੀਮੈਂਟ ਲਿਖਿਆ ਯਾਨੀ ਕਿ ਇਹ ਐਲੀਮੈਂਟ ਕਿਹਦਾ? ਫਸਟ ਰੋ ਦਾ ਅਤੇ ਫਸਟ ਹੀ ਕਾਲਮ ਦਾ। ਜੇ ਇਹ ਸੈਕਿੰਡ ਐਲੀਮੈਂਟ ਦੇਖਾਂਗੇ ਉਹ ਕਿੱਦਾਂ ਲਿਖਾਂਗੇ? ਫਸਟ ਰੋ ਸੈਕਿੰਡ ਕਾਲਮ। ਫਸਟ ਰੋ ਅਤੇ ਸੈਕਿੰਡ ਕੀ ਹੈ? ਕਾਲਮ ਹੈ। ਉਸੇ ਤਰ੍ਹਾਂ ਜਦੋਂ ਲਿਖਦੇ ਜਾਵਾਂਗੇ, ਫਸਟ ਰੋ ਆ ਅਤੇ nth ਕੀ ਹੈ ਸਾਡਾ? ਕਾਲਮ ਆ। ਉਸੇ ਤਰ੍ਹਾਂ ਜਦੋਂ ਅਸੀਂ ਸੈਕਿੰਡ ਰੋ ਲਿਖਾਂਗੇ ਅਤੇ ਕਿਵੇਂ ਲਿਖਾਂਗੇ? ਸੈਕਿੰਡ ਰੋ ਅਤੇ ਸੈਕਿੰਡ ਹੀ ਕੀ ਇਹਦਾ? ਕਾਲਮ ਆ। ਉਸੇ ਤਰ੍ਹਾਂ ਨੈਕਸਟ ਕਿਵੇਂ ਲਿਖਾਂਗੇ? ਸੈਕਿੰਡ ਰੋ ਅਤੇ ਕਾਲਮ ਕਿਹੜਾ ਆ ਗਿਆ? ਸੈਕਿੰਡ ਰੋ ਫਸਟ ਕਾਲਮ, ਸੈਕਿੰਡ ਰੋ ਫਸਟ ਕਾਲਮ, ਸੈਕਿੰਡ ਰੋ ਸੈਕਿੰਡ ਕਾਲਮ। ਇਸੇ ਤਰ੍ਹਾਂ ਨੈਕਸਟ ਅਸੀਂ ਕਿੱਦਾਂ ਲਿਖਾਂਗੇ? ਸੈਕਿੰਡ ਰੋ ਥਰਡ ਕਾਲਮ ਐਂਡ ਸੋ ਔਨ, ਸੈਕਿੰਡ ਰੋ nth ਕਾਲਮ। ਇਸੇ ਤਰ੍ਹਾਂ ਨੈਕਸਟ ਜਿੱਦਾਂ ਅਸੀਂ ਲਿਖਦੇ ਜਾਵਾਂਗੇ, ਜੇ ਆ ਗਈ mth ਰੋ ਆ ਗਈ, ਅਤੇ ਇਹ ਕੀ ਹੈ? mth ਰੋ ਅਤੇ ਫਸਟ ਕਾਲਮ, mth ਰੋ ਸੈਕਿੰਡ ਕਾਲਮ, mth ਰੋ nth ਕਾਲਮ। ਅਤੇ ਇਹਨੂੰ ਜਿਹੜਾ ਅਸੀਂ ਇਹਦੀ ਨੋਟੇਸ਼ਨ ਲਿਖਦੇ ਹਾਂ, ਉਹ ਅਸੀਂ ਲਿਖਦੇ ਹਾਂ M × N। ਇਹ ਕੀ ਦੱਸਦਾ ਕਿ ਕਿੰਨੇ ਨੰਬਰ ਆਫ ਇਹਦੇ ਵਿੱਚ ਰੋਜ਼ ਨੇ ਅਤੇ ਕਿੰਨੇ ਨੰਬਰ ਆਫ ਇਹਦੇ ਵਿੱਚ ਕਾਲਮਸ ਨੇ। M ਨੰਬਰ ਆਫ ਇਹ ਜਿਹੜੀ ਵੀ ਅਸੀਂ ਮੈਟ੍ਰਿਕਸ ਲਈ ਇਹਦੇ ਵਿੱਚ M ਨੰਬਰ ਆਫ ਰੋਜ਼ ਨੇ ਅਤੇ N ਨੰਬਰ ਆਫ ਕਾਲਮਸ ਨੇ। M ਰੋਜ਼ ਮਤਲਬ ਹੋਰੀਜ਼ੋਨਟਲ ਲਾਈਨ, ਅਤੇ ਕਾਲਮਸ ਮਤਲਬ ਵਰਟੀਕਲ ਲਾਈਨਸ। ਇਹ ਸਾਰੇ ਕੀ ਹੈ ਸਾਡੇ? ਕਾਲਮਸ। ਜਿਹੜੇ ਵਰਟੀਕਲਸ ਲਾਈਨ ਕਿਹਨੂੰ ਸ਼ੋ ਕਰਦੀਆਂ ਹੈ? ਕਾਲਮਸ ਨੂੰ। ਹੋਰੀਜ਼ੋਨਟਲ ਲਾਈਨਸ ਕਿਹਨੂੰ ਸ਼ੋ ਕਰਦੀਆਂ ਹੈ? ਰੋਜ਼ ਨੂੰ, ਠੀਕ ਹੈ। ਉਸ ਤੋਂ ਬਾਅਦ ਨੈਕਸਟ ਨੇ ਸਾਡਾ ਕੋਈ ਵੀ, ਜਿੱਦਾਂ ਹੁਣ ਅਸੀਂ ਮੈਟ੍ਰਿਸਸ ਉਹਨੂੰ ਅਸੀਂ ਨੋਰਮਲ ਜਿੱਦਾਂ ਜਰਨਲਾਈਜ਼ ਫਾਰਮ ਦੇ ਵਿੱਚ ਅਸੀਂ ਕਿੱਦਾਂ ਲਿਖ ਸਕਦੇ ਹਾਂ? ਮੈਟ੍ਰਿਕਸ A ਹੈ ਤਾਂ ਉਹਦਾ ਇੱਕ ਜਿਹੜੇ ਉਹਦੇ ਵਿੱਚ ਪਏ ਹੁੰਦੇ ਆ ਸਾਰੇ ਦੇ ਸਾਰੇ ਅਸੀਂ ਕੀ ਅਰੇਂਜ ਕੀਤੇ ਹੁੰਦੇ ਉਹਦੇ ਐਲੀਮੈਂਟਸ, ਅਤੇ ਐਲੀਮੈਂਟਸ ਨੂੰ ਅਸੀਂ ਕਿੱਦਾਂ ਲਿਖ ਸਕਦੇ ਹਾਂ? AIJ। ਫਿਰ ਉਹੀ ਚੀਜ਼ AIJ, I ਮੀਨਸ ਕਿ ਕਿਹੜੀ ਸਾਡੀ ਰੋ ਆ, J ਮੀਨਸ ਕਿਹੜਾ ਸਾਡਾ ਕਾਲਮ ਆ। I ਕਿਹਨੂੰ ਰਿਪਰਜੈਂਟ ਕਰਨ ਡਿਆ ਹੁੰਦਾ? ਰੋ ਨੂੰ, ਅਤੇ J ਕਿਹਨੂੰ ਰਿਪਰਜੈਂਟ ਕਰਨ ਡਿਆ ਹੁੰਦਾ? ਕਾਲਮ ਨੂੰ। ਅਤੇ M × N ਮਤਲਬ ਉਸ ਮੈਟ੍ਰਿਕਸ ਦਾ ਆਰਡਰ ਦੱਸਦਾ ਕਿ ਉਹਦੇ ਵਿੱਚ ਕਿੰਨੀਆਂ ਨੰਬਰ ਆਫ ਰੋਜ਼ ਨੇ ਅਤੇ ਕਿੰਨੇ ਨੰਬਰ ਆਫ ਉਹਦੇ ਵਿੱਚ ਕਾਲਮ ਨੇ। ਅਤੇ ਆਰਡਰ ਆਫ ਮੈਟ੍ਰਿਕਸ ਨੂੰ ਇਹ ਲਿਖਣ ਦੀ ਇੱਕ ਕੀ ਹੈ? ਰਿਪਰਜੈਂਟੇਸ਼ਨ ਹੈ, ਕਿ ਕਿੰਨੇ ਨੰਬਰ ਆਫ ਉਹਦੇ ਵਿੱਚ ਰੋਜ਼ ਨੇ ਅਤੇ ਕਿੰਨੇ ਨੰਬਰ ਆਫ ਉਹਦੇ ਵਿੱਚ ਕਾਲਮਸ ਨੇ। ਕਲੀਅਰ ਹੈ? ਨੈਕਸਟ ਸਾਡਾ ਟੌਪਿਕ ਹੈ ਟਾਈਪਸ ਆਫ ਮੈਟ੍ਰਿਕਸ। ਫੋਰ ਐਗਜ਼ਾਮਪਲ ਹੀ ਲੈ ਦੇਣੀ ਆ ਤੁਹਾਨੂੰ ਇੱਕ ਮੈਂ ਮੈਟ੍ਰਿਕਸ ਕਿੱਦਾਂ ਹੀ ਬਣਾਵਾਂਗੇ। ਜਿੱਦਾਂ ਫੋਰ ਐਗਜ਼ਾਮਪਲ ਇੱਕ ਮੈਟ੍ਰਿਕਸ ਹੈ 1 2 3 4। ਇਹ ਮੈਂ ਮੈਟ੍ਰਿਕਸ ਲਈ ਹੈ, 2 ਰੋ ਹੀ ਹੈ ਇਹਦੇ ਵਿੱਚ 2x2 ਦੀ। 2x2 ਮਤਲਬ 2 ਹੀ ਇਹਦੇ ਵਿੱਚ ਰੋਜ਼ ਨੇ ਅਤੇ 2 ਹੀ ਇਹਦੇ ਵਿੱਚ ਕੀ ਨੇ? ਕਾਲਮਸ ਨੇ, ਠੀਕ ਹੈ। ਜਿਹੜਾ ਫਸਟ, ਜੇ ਅਸੀਂ ਇਹਦੇ ਐਲੀਮੈਂਟ ਲਿਖਣੇ ਹੋਣ, ਮੈਂ ਕਹਾਂ ਤੁਹਾਨੂੰ ਲਿਖੋ ਕਿ ਇਹਦਾ ਸੈਕਿੰਡ ਰੋ ਦਾ ਸੈਕਿੰਡ ਐਲੀਮੈਂਟ ਲਿਖੋ। ਸੈਕਿੰਡ ਰੋ ਕਿਹੜੀ ਹੈ? ਆਹ ਸਾਡੀ ਫਸਟ ਰੋ ਆ, ਆਹ ਸਾਡੀ ਸੈਕਿੰਡ ਰੋ ਆ। ਸੈਕਿੰਡ ਰੋ ਦਾ ਸੈਕਿੰਡ ਐਲੀਮੈਂਟ, ਇਹ ਸੈਕਿੰਡ ਰੋ ਦਾ ਫਸਟ ਐਲੀਮੈਂਟ ਹੀ, ਇਹ ਸੈਕਿੰਡ ਰੋ ਦਾ ਸੈਕਿੰਡ ਐਲੀਮੈਂਟ। ਇਹਦਾ ਮਤਲਬ ਸੈਕਿੰਡ ਰੋ ਦੇ ਸੈਕਿੰਡ ਐਲੀਮੈਂਟ ਦਾ ਸੈਕਿੰਡ ਰੋ ਦਾ ਸੈਕਿੰਡ ਐਲੀਮੈਂਟ ਕੀ ਆ? 4 ਆ। ਉਸੇ ਤਰ੍ਹਾਂ ਜੇ ਮੈਂ ਤੁਹਾਨੂੰ ਬੋਲਾਂਗੀ ਕਿ ਲਿਖੋ ਫਸਟ ਰੋ ਦਾ ਸੈਕਿੰਡ ਐਲੀਮੈਂਟ ਕੌਣ ਆ? ਫਸਟ ਰੋ ਦਾ ਸੈਕਿੰਡ ਐਲੀਮੈਂਟ, ਇਹ ਫਸਟ ਰੋ ਦਾ ਫਸਟ ਐਲੀਮੈਂਟ ਹੀ, ਇਹ ਫਸਟ ਰੋ ਦਾ ਸੈਕਿੰਡ ਐਲੀਮੈਂਟ ਹੀ। ਫਸਟ ਰੋ ਦਾ ਸੈਕਿੰਡ ਐਲੀਮੈਂਟ ਕੌਣ ਹੈ? 2 ਹੈ। ਇਸੇ ਤਰ੍ਹਾਂ ਹੀ ਪੇਪਰ ਵਿੱਚ ਕਿਸੇ ਤਰ੍ਹਾਂ ਵੀ ਕੱਢਣੇ ਆ ਸਕਦਾ ਹੈ ਕਿ ਕੋਈ ਇੱਕ ਤੁਹਾਨੂੰ ਮੈਟ੍ਰਿਕਸ ਦਿੱਤੀ ਹੋਏਗੀ, ਉਹਦੇ ਐਲੀਮੈਂਟਸ ਪੁੱਛ ਸਕਦੇ ਆ ਕਿ ਕਿਹੜਾ ਐਲੀਮੈਂਟ ਕਿੱਥੇ ਪਿਆ ਹੈ। ਨੈਕਸਟ ਟੌਪਿਕ ਆ ਸਾਡਾ ਟਾਈਪਸ ਆਫ ਮੈਟ੍ਰਿਕਸ। ਮੈਟ੍ਰਿਕਸ ਕਰਨ ਤੋਂ ਬਾਅਦ ਸਾਡੇ ਕੋਲ ਮੈਟ੍ਰਿਕਸ ਦੀਆਂ ਕੁਛ ਟਾਈਪਸ ਆ ਜਾਂਦੀਆਂ। ਸਭ ਤੋਂ ਪਹਿਲੇ ਹੈ ਰੋ ਮੈਟ੍ਰਿਕਸ। ਮੈਟ੍ਰਿਕਸ ਦੀ ਸਭ ਤੋਂ ਪਹਿਲੀ ਟਾਈਪ ਹੈ ਰੋ ਮੈਟ੍ਰਿਕ ਕੀ ਦੱਸਦੀ ਹੈ? ਕਿ ਹੈਵਿੰਗ ਓਨਲੀ 1 ਰੋ। ਉਹ ਮੈਟ੍ਰਿਕਸ ਜਿਹੜੇ ਕੋਲ ਸਿਰਫ ਔਰ ਸਿਰਫ ਇੱਕੋ ਹੀ ਰੋ ਹੋਏ।
कॉलम जिन्ने मर्जी होन, जेरे को सिर्फ एक ही रो है। पहला भी तुहानूं मैं दस चुकी हाँ कि ਜਿਹੜਾ ਉਹਦਾ ਆਰਡਰ ਹੁੰਦਾ ਹੈ, ਆਰਡਰ ਸਾਨੂੰ ਦੱਸਦਾ ਉਹਦੇ ਵਿੱਚ ਕਿੰਨੀਆਂ ਰੋਜ਼ ਤੇ ਕਿੰਨੇ ਕਾਲਮ ਨੇ। ਤੇ ਜਿਹੜੀ ਫਸਟ ਰਿਪਰੈਜ਼ੈਂਟੇਸ਼ਨ ਹੁੰਦੀ ਆ ਉਹ ਅਸੀਂ ਰੋ ਦੀ ਲੈਂਦੇ ਹਾਂ, ਤੇ ਸੈਕਿੰਡ ਰਿਪਰੈਜ਼ੈਂਟੇਸ਼ਨ ਅਸੀਂ ਕਾਲਮ ਦੀ ਲੈਂਦੇ ਹਾਂ। ਯਾਨੀ ਕਿ 1 ਕਰੋਸ n ਦੀ ਇਹ ਮੈਟ੍ਰਿਕਸ ਹੈ, ਯਾਨੀ ਕਿ ਇਹਦੇ ਵਿੱਚ ਕਿੰਨੀਆਂ ਰੋਜ਼ ਨੇ, 1 ਰੋ ਹੈ ਤੇ n ਕਾਲਮਸ ਨੇ। ਉਸੇ ਤਰ੍ਹਾਂ ਨੈਕਸਟ ਸਾਡੀ ਟਾਈਪ ਹੈ ਕਾਲਮ ਮੈਟ੍ਰਿਕਸ। ਕਾਲਮ ਮੈਟ੍ਰਿਕਸ ਉਹ ਮੈਟ੍ਰਿਕਸ ਜਿਹਦੇ ਕੋਲ ਸਿਰਫ ਔਰ ਸਿਰਫ ਇੱਕੋ ਹੀ ਕਾਲਮ ਹੋਏ। कॉलम मतलब m क्रॉस 1, यानी कि और को सिर्फ और सिर्फ किन्ने कॉलम होन, 1 कॉलम होन, रो जिन्नियां मर्जी होन। एग्जाम्पल ले लो, रो मैट्रिक्स की जे असीं एग्जाम्पल लवांगे, और को सिर्फ की होनी चाहिए, एक रो होनी चाहिए। रो किन्नी होनी चाहिए, सिर्फ एक, 1 2 3। तो कॉलम किन्ने हो गए इहदे को 3। रो सिर्फ की आ, इक्को ही आ। कॉलम किन्ने आ, 1 2 3, यानी कि मैट्रिक्स किन्ने बाय किन्ने दी है। ये देखो रो किन्नी है 1, कॉलम किन्ने है 3, यानी कि ये मैट्रिक्स की किहड़ी टाइप होगी, रो मैट्रिक्स। उस तरह जो अं कॉलम मैट्रिक्स की एग्जाम्पल लवांगे, 1 वो को सिर्फ कॉलम, एक कॉलम होना चाहिए। रो कॉलम मैट्रिक्स की टाइप कितना लवांगे कि उसको सिर्फ एक कॉलम होना चाहिए, 1 2 3, सिर्फ एको कॉलम है। बट रो कितनी है, 1 2 एंड 3, यानी कि ये मैट्रिक्स की किहड़ी टाइप है, कॉलम मैट्रिक्स की टाइप है। तो यदा ऑर्डर कितना होएगा, 3 क्रॉस 1, यानी कि इनको रो किन्नियां सीगियां 3, बट कॉलम मेरे को कितना है, सिर्फ एक। नैक्सट साडी टाइप है स्केयर मैट्रिक। स्केयर मैट्रिक्स मैट्रिक्स की वो टाइप है जिहदे विच नंबर ऑफ रोज इज इक्वल टू नंबर ऑफ कॉलम। मैट्रिक्स की वो टाइप जिहदे विच नंबर ऑफ रोज किहदे इक्वल होण, नंबर ऑफ कॉलम्स दे इक्वल होण। फॉर एग्जाम्पल असीं m क्रॉस n दी मैट्रिक्स ले ली है, तो जिन्नियां नंबर ऑफ उहदे विच रोज होण, जे उन्ने नंबर ऑफ कॉलम्स होण, तो मैट्रिक्स की किहड़ी टाइप होगी, स्केयर मैट्रिक्स। फॉर एग्जाम्पल जे असीं 2 बाय 2 दी मैट्रिक्स ले लीए, ये भी की है एक स्केयर मैट्रिक्स, क्योंकि जिन्ने नंबर ऑफ इहदे विच रोज ने उन्ने नंबर ऑफ इहदे विच की ने, कॉलम्स ने। उस तरह जे असीं कोई एग्जाम्पल ले लीए 3 बाय 3 की मैट्रिक्स की, यानी कि जे कोई किसी मैट्रिक्स को 3 रोज ने तो 3 ही कॉलम्स ने, मतलब ये मैट्रिक्स की किहड़ी टाइप है, स्केयर मैट्रिक्स। नैक्सट साडी है डायगनल मैट्रिक्स। डायगनल मैट्रिक्स वो मैट्रिक्स है जिहदे विच AIJ इज इक्वल टू 0 फॉर ऑल I नॉट इक्वल टू J, यानी कि जिहड़े उहदे डायगनल एलीमेंट, डायगनल दियां जिहड़ियां एंट्रीज होणगियां, ये डायगनल हुंदा ना, कोई भी एक मैट्रिक्स लिए उहदे जिहड़े सेंटर वाले नहीं बोल सकते, जिहदे विच I और J इक्वल है। I यानी कि रो और कॉलम की जिहड़ी एंट्री है, अगर वो सेम है, रो और कॉलम की अगर एंट्री जी है वो सेम है, वो सारे के सारे एलीमेंट साढ़े की होंगे डायगनल एलीमेंट्स। तो डायगनल मैट्रिक्स वो होंगी है जिहदे सिर्फ और सिर्फ डायगनल एंट्रीज होन, बाकी सारिया एंट्रीज की होन जीरो होन, वो असी मैट्रिक्स नूं की कह देने हैं, डायगनल मैट्रिक्स। डायगनल एलीमेंट्स किहड़े होंदे आ, डायगनल एलीमेंट्स आर एलीमेंट और एलीमेंट AIJ वेयर I इज इक्वल टू J इन एनी मैट्रिक्स। कोई भी एक अहीं मैट्रिक्स लिए जे उहदे विच सिर्फ और सिर्फ किहड़े एलीमेंट्स होन, डायगनल दे एलीमेंट। और डायगनल एलीमेंट की है, किहड़े आ, जिहदे विच I इज इक्वल टू J हुंदा, जिद्दां I J 1 1 I J 2 2 3 3 I J, दोने सेम है, यानी कि ये की है, सारे के सारे साडे डायगनल एलीमेंट्स, डायगनल एलीमेंट्स। तो ये पूरी की पूरी मैट्रिक्स की होगी डायगनल मैट्रिक्स, क्योंकि ये जिहड़ियां अदर एंट्रीज आ, जिहड़ियां डायगनल नूं छड्ड के दूसरियां सारियां एंट्रीज आ, वो सारियां दी सारियां की ने, जीरो ने। इस करके की एक डायगनल मैट्रिक्स आ। डायगनल मैट्रिक्स फिर एक बार क्लीयर कर लो कि डायगनल मैट्रिक्स वो मैट्रिक्स होंदी है जिहदे विच डायगनल्स नूं छड्ड के बाकी दियां सारियां एंट्रीज की होंदियां, जीरो होंदियां, एंट्रीज की होंदियां जीरो होंदियां। और डायगनल एलीमेंट्स की होंदे उहदे विच सिर्फ पे होंदे, सिर्फ डायगनल एलीमेंट्स उहदे विच पे होंदे आ। और डायगनल एलीमेंट्स किहड़े होंदे आ, जिहदे विच रो ते कॉलम जिहड़ा आ सेम, रो ते कॉलम मतलब I ते J जिहड़ा आ, वो की होएगा, सेम होएगा, इक्वल होएगा, ठीक है, 1 1 2 2 3 3, ये सारे की होंगे आ डायगनल एलीमेंट्स। उस तो बाद नैक्सट है साडी स्केलर मैट्रिक्स। स्केलर मैट्रिक्स भी एक डायगनल मैट्रिक्स की, जां कह दीए स्केयर मैट्रिक्स की ही एक टाइप है। स्केयर मैट्रिक्स की होंदी है, जिहदे विच नंबर ऑफ रोज और नंबर ऑफ कॉलम्स की होंदे आ, इक्वल होंदे आ, यानी कि डायगनल मैट्रिक्स भी की है, एक स्केयर मैट्रिक्स की टाइप है, क्योंकि ये विच नंबर ऑफ रोज के बराबर है, नंबर ऑफ कॉलम्स के बराबर है। बट ये सारियां दे सारियां डायगनल एलीमेंट्स ही होंदे आ, बाकी अदर जिहड़ियां एंट्रीज हो होंदियां जीरो होंदियां। उस तरह स्केलर मैट्रिक्स भी एक डायगनल मैट्रिक्स की टाइप है, अगर ये जिहड़ियां साडियां डायगनल एंट्रीज आ, वो सारियां इक्वल होण,
ਹੋਣ ਤੇ ਸਹੀ ਬਟ ਸਾਰੀਆਂ ਕੀ ਹੋਣ ਇਕੁਅਲ ਹੋਣ। ਜਿੱਦਾਂ ਮੰਨ ਲਓ ਜੇ ਇੱਥੇ 2 ਆ ਤੇ ਇੱਥੇ ਡਾਇਗਨਲ ਐਂਟਰੀ ਸਾਰੀ ਦੀਆਂ ਸਾਰੀਆਂ ਕੀ ਹੋਣ 2 2 ਹੀ ਹੋਣ, ਬਾਕੀ ਅਦਰ ਐਲੀਮੈਂਟ ਤੇ 0 ਹੋਣੇ ਹੋਣੇ ਆ, ਕਿਉਂਕਿ ਇਹ ਇੱਕ ਡਾਇਗਨਲ ਮੈਟ੍ਰਿਕਸ ਦੀ ਟਾਈਪ ਹੈ। ਡਾਇਗਨਲ ਮੈਟ੍ਰਿਕਸ ਕੀ ਕਹਿੰਦੀ ਹੈ ਕਿ ਉਹਦੇ ਵਿੱਚ ਸਿਰਫ ਔਰ ਸਿਰਫ ਡਾਇਗਨਲ ਐਂਟਰੀਜ਼ ਹੋਣਗੀਆਂ, ਬਾਕੀ ਸਾਰੀਆਂ ਐਂਟਰੀਜ਼ ਕੀ ਹੋਣਗੀਆਂ 0 ਹੋਣਗੀਆਂ। ਤੇ ਜਿਹੜੀ ਸਕੇਲਰ ਮੈਟ੍ਰਿਕਸ ਆ ਉਹ ਕੀ ਕਹਿੰਦੀ ਆ ਕਿ ਡਾਇਗਨਲ ਐਂਟਰੀਜ਼ ਹੀ ਹੋਣਗੀਆਂ, ਬਾਕੀ ਦੀਆਂ ਸਾਰੀਆਂ ਕੀ ਹੋਣਗੀਆਂ 0 ਹੋਣਗੀਆਂ, ਬਟ ਉਹ ਕੀ ਹੋਣਗੀਆਂ ਇਕੁਅਲ ਹੋਣਗੀਆਂ। ਜੇ ਮੰਨ ਲਓ ਇੱਕ ਡਾਇਗਨਲ ਐਲੀਮੈਂਟ 2 ਆ ਤੇ ਬਾਕੀ ਸਾਰੇ ਵੀ ਕੀ ਹੋਣਗੇ 2 2 ਹੋਣਗੇ। ਜਿੱਦਾਂ ਅਸੀਂ ਇਹਨੂੰ ਇੱਕ ਜਰਨਲ ਰਿਪਰੈਜ਼ੈਂਟੇਸ਼ਨ ਦੇ ਦਿੱਤੀ ਆ ਕਿ ਕੋਈ ਵੀ ਇੱਕ ਐਲੀਮੈਂਟ ਉਹਨੂੰ ਅਸੀਂ ਕਿੱਦਾਂ ਰਿਪਰੈਜ਼ੈਂਟ ਕਰਦੇ ਹਾਂ ਏ ਆਈ ਜੇ ਸਾਰੇ ਦੇ ਸਾਰੇ 0 ਹੋਣਗੇ ਫॉर ਆਲ ਆਈ ਨਾਟ ਇਕੁਅਲ ਟੂ 0, ਆਈ ਜੇ ਨਾਟ ਇਕੁਅਲ ਟੂ 0 ਆ। ਇੱਥੇ ਕੀ ਸੀ A11, ਇਹ ਕੀ ਹੈ 1 2, ਇੱਥੇ ਆਈ ਤੇ ਜੇ ਇਕੁਅਲ ਨਹੀਂ ਹੈਗਾ ਇਹਦਾ ਮਤਲਬ ਇਹ ਕੀ ਹੋਣਗੇ 0 ਹੋਣਗੇ। A13 ਇੱਥੇ ਵੀ ਆਈ ਤੇ ਜੇ ਇਕੁਅਲ ਨਹੀਂ ਹੈਗਾ ਇਹਦਾ ਮਤਲਬ ਇਹ ਐਂਟਰੀ ਵੀ ਕੀ ਹੋ ਗਈ 0 ਹੋ ਗਈ। ਇਹ ਕੀ ਹੋ ਗਿਆ A21 ਆਈ ਤੇ ਜੇ ਇਕੁਅਲ ਨਹੀਂ ਹੈਗਾ ਮਤਲਬ ਇਹ ਵੀ ਕੀ ਹੋ ਗਈ 0 ਹੋ ਗਈ। ਇਹ ਕੀ ਹੋ ਗਿਆ 2 2, ਇਹ ਕੀ ਹੋ ਗਿਆ 3 3। ਬਾਕੀ ਸਾਰੇ ਕੀ ਹੈ ਆਈ ਇਜ਼ ਇਕੁਅਲ ਟੂ ਜੇ ਨਹੀਂ ਹੈਗਾ, ਇਸ ਕਰਕੇ ਬਾਕੀ ਸਾਰੀਆਂ ਐਂਟਰੀਜ਼ ਕੀ ਹੈ 0 ਆ। ਬਟ ਜਿੱਥੇ ਆਈ ਇਜ਼ ਇਕੁਅਲ ਟੂ ਜੇ ਹੈਗੀਆਂ ਉੱਥੇ ਐਂਟਰੀਜ਼ ਕੀ ਹੋਣੀ ਚਾਹੀਦੀਆਂ ਸੇਮ ਹੋਣੀਆਂ ਚਾਹੀਦੀਆਂ, ਯਾਨੀ ਕਿ ਕੋਈ ਵੀ ਇੱਕ ਕੌਂਸਟੈਂਟ ਹੋਏ, ਜਿਹੜਾ ਵੀ ਤੁਸੀਂ ਕੌਂਸਟੈਂਟ ਲੈ ਲਓ ਉਹ ਸਾਰੀਆਂ ਦਾ ਸਾਰਾ ਉਹੀ ਕੌਂਸਟੈਂਟ ਉੱਥੇ ਚੱਲੇਗਾ। ਨੈਕਸਟ ਹੈ ਸਾਡਾ ਆਇਡੈਂਟੀਟੀ ਮੈਟ੍ਰਿਕਸ ਔਰ ਯੂਨਿਟ ਮੈਟ੍ਰਿਕਸ। ਆਇਡੈਂਟੀਟੀ ਮੈਟ੍ਰਿਕਸ ਔਰ ਯੂਨਿਟ ਮੈਟ੍ਰਿਕਸ ਇਹ ਵੀ ਇੱਕ ਡਾਇਗਨਲ ਮੈਟ੍ਰਿਕਸ ਦੀ ਹੀ ਟਾਈਪ ਹੈ, ਇਹ ਵੀ ਇੱਕ ਸਕੇਅਰ ਮੈਟ੍ਰਿਕਸ ਹੁੰਦੀ ਹੈ, ਬਟ ਇਹਦੇ ਵਿੱਚ ਡਾਇਗਨਲ ਆਇਡੈਂਟੀਟੀ ਸਾਰੀਆਂ ਹੀ ਕੀ ਹੁੰਦੀਆਂ ਯੂਨਿਟ ਹੁੰਦੀਆਂ, ਯੂਨਿਟ ਮਤਲਬ 1 ਹੁੰਦੀਆਂ। ਅਦਰ ਜਿਹੜੀਆਂ ਐਂਟਰੀਜ਼ ਆ ਉਹ ਤਾਂ 0 ਹੋਣੀਆਂ ਹੀ ਹੋਣੀਆਂ, ਬਟ ਜਿਹੜੀ ਡਾਇਗਨਲ ਐਂਟਰੀਜ਼ ਆ ਉਹ ਸਾਰੀਆਂ ਦੀਆਂ ਸਾਰੀਆਂ ਕੀ ਹੁੰਦੀਆਂ 1 ਹੁੰਦੀਆਂ, ਯਾਨੀ ਕਿ ਯੂਨਿਟ ਹੁੰਦੀਆਂ। ਜਿੱਦਾਂ 2x2 ਦੀ ਮੈਟ੍ਰਿਕਸ ਲੈ ਲਓ, ਡਾਇਗਨਲ ਐਂਟਰੀਜ਼ ਕੀ ਹੋਣਗੀਆਂ 1 ਹੋਣਗੀਆਂ, ਅਦਰ ਐਂਟਰੀਜ਼ ਕੀ ਹੋਣਗੀਆਂ 0 ਹੋਣਗੀਆਂ। 3x3 ਦੀ ਮੈਟ੍ਰਿਕਸ ਲਈ ਡਾਇਗਨਲ ਐਂਟਰੀਜ਼ ਕੀ ਹੋਣਗੀਆਂ 1 ਹੋਣਗੀਆਂ, ਅਦਰ ਜਿਹੜੀਆਂ ਐਂਟਰੀਜ਼ ਉਹ ਕੀ ਹੋਣਗੀਆਂ 0 ਹੋਣਗੀਆਂ। ਜਰਨਲ ਫਾਰਮ ਕਿੱਦਾਂ ਹੀ ਲਿਖ ਸਕਦੇ ਹਾਂ AIJ, ਯਾਨੀ ਕਿ ਸਾਰੇ ਦੇ ਸਾਰੇ ਐਲੀਮੈਂਟਸ 0 ਹੋਣਗੇ। ਕਿਹੜੇ ਕੇਸ ਦੇ ਵਿੱਚ ਫॉर ਆਲ ਆਈ ਨਾਟ ਇਕੁਅਲ ਟੂ ਜੇ, ਜਿਹਦੇ ਵਿੱਚ ਆਈ ਜੇ ਦੇ ਬਰਾਬਰ ਨਹੀਂ ਹੋਏਗਾ ਉਹ ਸਾਰੀਆਂ ਐਂਟਰੀਜ਼, ਜਿਹਦੇ ਵਿੱਚ ਆਈ ਜੇ ਦੇ ਇਕੁਅਲ ਨਹੀਂ ਹੋਏਗਾ ਉਹ ਸਾਰੀਆਂ ਐਂਟਰੀਜ਼ ਕੀ ਹੋਣਗੀਆਂ 0 ਹੋਣਗੀਆਂ। ਬਟ ਉਹ ਸਾਰੀਆਂ ਐਂਟਰੀਜ਼ ਜਿਹੜੀਆਂ ਆਈ ਇਕੁਅਲ ਟੂ ਜੇ ਹੋਏਗਾ, ਉਹ ਸਾਰੀਆਂ ਐਂਟਰੀਜ਼ ਜਿਹਦੇ ਵਿੱਚ ਆਈ ਇਜ਼ ਇਕੁਅਲ ਟੂ ਜੇ ਹੋਏਗਾ ਉਹ ਕੀ ਹੋਣਗੀਆਂ 1 ਹੋਣਗੀਆਂ। ਨੈਕਸਟ ਸਾਡੀ ਟਾਈਪ ਹੈ ਨਲ ਮੈਟ੍ਰਿਕਸ। ਨਲ ਮੈਟ੍ਰਿਕਸ ਕੀ ਹੁੰਦੀਆਂ? ਨਲ ਮੈਟ੍ਰਿਕਸ ਉਹ ਮੈਟ੍ਰਿਕਸ ਹੈ ਜਿਹਦੇ ਵਿੱਚ ਸਾਰੀਆਂ ਦੀਆਂ ਸਾਰੀਆਂ ਐਂਟਰੀਜ਼ ਹੀ ਕੀ ਹੋਏ 0 ਹੋਏ, ਉਸ ਮੈਟ੍ਰਿਕਸ ਨੂੰ ਅਸੀਂ ਕੀ ਕਹਿੰਦੇ ਆ ਨਲ ਮੈਟ੍ਰਿਕਸ। ਠੀਕ ਹੈ, ਜਿਹਦੇ ਵਿੱਚ ਸਾਰੀਆਂ ਐਂਟਰੀਜ਼ ਸਾਰੇ ਐਲੀਮੈਂਟਸ, ਯਾਨੀ ਕਹਿ ਦੋ ਕਿ ਉਹ ਮੈਟ੍ਰਿਕਸ ਜਿਹਦੇ ਸਾਰੇ ਦੇ ਸਾਰੇ ਐਲੀਮੈਂਟ ਕੀ ਹੋਣ 0 ਹੋਣ, ਉਹਨੂੰ ਅਸੀਂ ਕੀ ਕਹਿੰਦੇ ਆ ਨਲ ਮੈਟ੍ਰਿਕਸ। ਨੈਕਸਟ ਸਾਡੀ ਟਾਈਪ ਆ ਟ੍ਰਾਇੰਗੂਲਰ ਮੈਟ੍ਰਿਕਸ ਦੀ ਹੀ ਇੱਕ ਟਾਈਪ ਹੈ ਟ੍ਰਾਇੰਗੂਲਰ ਮੈਟ੍ਰਿਕਸ ਦੀ ਟਾਈਪ, ਯਾਨੀ ਕਿ ਅੱਪਰ ਟ੍ਰਾਇੰਗੂਲਰ ਮੈਟ੍ਰਿਕਸ। ਅੱਪਰ ਟ੍ਰਾਇੰਗੂਲਰ ਮੈਟ੍ਰਿਕਸ ਕੀ ਹੁੰਦੀ ਆ? ਉਹ ਮੈਟ੍ਰਿਕਸ ਜਿਹਦਾ ਅੱਪਰ ਪਾਰਟ ਸਟਰੋਂਗ ਹੋਏ, ਅੱਪਰ ਪਾਰਟ ਸਟਰੋਂਗ ਹੋਏ, ਯਾਨੀ ਕਿ ਉਹਦੇ ਜਿਹੜੇ ਅੱਪਰ ਐਲੀਮੈਂਟ ਆ, ਯਾਨੀ ਕਿ ਜਿਹਦੇ ਨੀਚੇ ਕੀ ਬਣਦੀ ਹੋਏ ਟ੍ਰਾਇੰਗਲ ਹੋਏ ਡਾਇਗਨਲ ਦੇ। ਜਿੱਦਾਂ ਹੁਣ ਇਹਦੇ ਡਾਇਗਨਲ ਐਲੀਮੈਂਟ ਕੀ ਆ ਆਹ ਵਾਲੇ, ਇਹਨੂੰ ਯਾਦ ਰੱਖਣ ਦਾ ਇੱਕ ਤਰੀਕਾ ਕੀ ਹੁੰਦਾ ਕਿ ਡਾਇਗਨਲ ਦੇ ਨੀਚੇ ਵਾਲੇ ਸਾਰੇ ਜਿਹੜੀਆਂ ਹੋਣਗੀਆਂ ਸਾਰੀਆਂ ਦੇ ਸਾਰੀਆਂ ਕੀ ਹੋਣਗੀਆਂ 0 ਹੋਣਗੀਆਂ। ਜਾਨੋ ਅਸੀਂ ਇਹ ਵੀ ਕਹਿ ਸਕਦੇ ਹਾਂ ਅੱਪਰ ਟ੍ਰਾਇੰਗੂਲਰ ਮੈਟ੍ਰਿਕ ਆ ਤਾਂ ਇਹਦਾ ਅੱਪਰ ਪਾਰਟ ਸਟਰੋਂਗ ਹੋਏਗਾ, ਯਾਨੀ ਕਿ ਨੀਚੇ ਵਾਲੀਆਂ ਸਾਰੀਆਂ ਟਰਮਸ ਇਹਦੀਆਂ ਕੀ ਆ, ਨੀਚੇ ਜਿਹੜੀ ਇੱਕ ਸਾਡੀ ਟ੍ਰਾਇੰਗਲ ਬਣਦੀ ਆ ਉਹ ਕੀ ਹੋਏਗੀ 0 ਹੋਏਗੀ। ਬਟ ਅੱਪਰ ਪਾਰਟ ਇਹਦਾ ਕੀ ਸਟਰੋਂਗ ਹੋਏਗਾ, ਜਾਂ ਤਾਂ ਕਹਿ ਦਿਓ ਕਿ ਉਹਦਾ ਅੱਪਰ ਪਾਰਟ ਸਟਰੋਂਗ ਹੋਏਗਾ, ਜਾਂ ਕਹਿ ਦਿਓ ਕਿ ਡਾਇਗਨਲ ਦੇ ਨੀਚੇ ਜਿਹੜੇ ਸਾਰੇ ਐਲੀਮੈਂਟ ਉਹ ਕੀ ਹੋਣਗੇ 0 ਹੋਣਗੇ। ਅੱਪਰ ਮਤਲਬ ਅੱਪਰ ਪਾਰਟ ਸਟਰੋਂਗ ਹੈ। ਉਸੇ ਤਰ੍ਹਾਂ ਜੇ ਆ ਜਾਂਦੀ ਹੈ ਲੋਅਰ ਟ੍ਰਾਇੰਗੂਲਰ ਮੈਟ੍ਰਿਕਸ। ਲੋਅਰ ਟ੍ਰਾਇੰਗੂਲਰ ਮੈਟ੍ਰਿਕਸ ਉਹ ਹੁੰਦੀ ਹੈ ਜਿਹਦੇ ਵਿੱਚ ਉਹਦਾ ਲੋਅਰ ਪਾਰਟ ਕੀ ਹੁੰਦਾ ਸਟਰੋਂਗ ਹੁੰਦਾ, ਲੋਅਰ ਪਾਰਟ ਕੀ ਹੁੰਦਾ ਸਟਰੋਂਗ ਹੁੰਦਾ, ਬਟ ਅੱਪਰ ਤੇ ਜਿਹੜੀ ਟ੍ਰਾਇੰਗਲ ਬਣਨ ਦੀ ਹੁੰਦੀ ਉਹ ਕੀ ਹੁੰਦੀ ਹੈ 0 ਹੁੰਦੀ ਹੈ। ਇਹਨੂੰ ਯਾਦ ਰੱਖਣ ਦਾ ਇਹੀ ਤਰੀਕਾ ਆ ਕਿ ਅੱਪਰ ਟ੍ਰਾਇੰਗੂਲਰ ਮੈਟ੍ਰਿਕਸ ਕਿਹੜੀ ਮੈਟ੍ਰਿਕਸ ਹੈ ਜਿਹਦਾ ਅੱਪਰ ਪਾਰਟ ਸਟਰੋਂਗ ਹੋਏ, ਲੋਅਰ ਟ੍ਰਾਇੰਗੂਲਰ ਮੈਟ੍ਰਿਕਸ ਕੀ ਹੈ ਜਿਹਦਾ ਲੋਅਰ ਪਾਰਟ ਸਟਰੋਂਗ ਹੋਏ। ਠੀਕ ਹੈ, ਕਲੀਅਰ। ਉਸੇ ਤਰ੍ਹਾਂ ਇੱਕ ਟਾਈਪ ਹੋਰ ਹੈ ਹੋਰੀਜ਼ੋਨਟਲ ਮੈਟ੍ਰਿਕਸ। ਹੋਰੀਜ਼ੋਨਟਲ ਮੈਟ੍ਰਿਕਸ ਕੀ ਹੁੰਦੀ ਹੈ? ਜਿਹਦੇ ਵਿੱਚ ਕੀ ਆ ਨੰਬਰ ਆਫ ਕਾਲਮਸ ਕਿਹੜੇ ਆ, ਜਿਹੜੇ ਨੰਬਰ ਆਫ ਕਾਲਮਸ ਆ ਉਹ ਕੀ ਹੋਏਗੇ ਗ੍ਰੇਟਰ ਦੈਨ ਹੋਣਗੇ ਨੰਬਰ ਆਫ ਰੋਜ਼ ਦੇ ਨਾਲੋਂ। ਹੋਰੀਜ਼ੋਨਟਲ ਔਰ ਵਰਟੀਕਲ। ਹੋਰੀਜ਼ੋਨਟਲ ਜਿਹਦੇ ਵਿੱਚ ਨੰਬਰ ਆਫ ਕਾਲਮਸ ਜਿਹੜੇ ਆ ਉਹ ਕੀ ਹੋਣਗੇ ਜ਼ਿਆਦਾ ਹੋਣਗੇ ਨੰਬਰ ਆਫ ਰੋਜ਼ ਦੇ ਨਾਲੋਂ। ਤੇ ਉਸੇ ਤਰ੍ਹਾਂ ਵਰਟੀਕਲ ਕੀ ਆ? ਜਿਹਦੇ ਵਿੱਚ ਨੰਬਰ ਆਫ ਰੋਜ਼ ਜਿਹੜੇ ਉਹ ਕੀ ਹੋਣਗੇ ਜ਼ਿਆਦਾ ਹੋਣਗੇ ਨੰਬਰ ਆਫ ਕਾਲਮਸ ਦੇ ਨਾਲੋਂ। ਨੰਬਰ ਆਫ ਰੋਜ਼ ਜ਼ਿਆਦਾ ਹੋਣਗੇ ਨੰਬਰ ਆਫ
कॉलम्स के नालों। इस करके ये की है एक वर्टिकल मैट्रिक्स है तो ये की है एक होरीजोनटल मैट्रिक है। होरीजोनटल मैट्रिक्स मतलब नंबर ऑफ कॉलम्स ये ज़्यादा होणगे, नंबर ऑफ कॉलम्स ये ज़्यादा होणगे तो वर्टिकल मैट्रिक्स की है जिहदे नंबर ऑफ रोज़ ज़्यादा होणगे किहदे नालों, नंबर ऑफ कॉलम्स के नालों। नैक्सट साडी टाइप आ जाती है कि दो मैट्रिक्स उन्होंने असीं ईक्वल मैट्रिक्स कदों बोलते हैं तो दो मैट्रिक्स आ उन्होंने असीं ईक्वलेंट मैट्रिक्स कदों बोलते हैं, ईक्वलेंट। ठीक है, कोई भी दो मैट्रिक्स दित्तियां उन्होंने असीं उस टाइम ते कहांगे कि वो दोनों मैट्रिक्स ईक्वल ने कदों, जदों ते उन्हां दा जां ते ऑर्डर सेम होए। पहली कंडीशन ऑर्डर तो सेम होना ही चाहिए, उन्हों का ऑर्डर सेम होगा तो नैक्सट की है उन्होंने जोड़े कोरसपोंडिंग एलीमेंट्स आ वो भी की होने चाहिए, सेम होने चाहिए। फॉर एग्जाम्पल जे मैं एक मैट्रिक्स ले ला ए 1 2 3 4 2x2 की मैट्रिक्स ली है, एक और मैट्रिक्स ले ला बी 2x2 की ले ला, एदा ऑर्डर तो एदा ऑर्डर की है सेम है। ਇਹਦਾ मतलब हजे सिर्फ साढ़े को इक्को कंडीशन आई है कि ए मैट्रिक्स तो बी मैट्रिक्स का की है ऑर्डर सेम है। ये जे कोरसपोंडिंग एलीमेंट यानी कि जोड़ा फस्ट रो फस्ट एलीमेंट जे भी 1 हो जाए, फस्ट रो सैकेंड एलीमेंट ਇਹਦਾ भी 2 हो जाए, सैकेंड रो फस्ट एलीमेंट ਇਹਦਾ भी 3 हो जाए, सैकेंड रो सैकेंड एलीमेंट ਇਹਦਾ भी 4 हो जाए। यानी कि जे उन्होंने कोरसपोंडिंग एलीमेंट्स भी दोनों मैट्रिक्स के सेम हो जाए दैन वो मैट्रिक्स साडी की होएगी, दोनों दियां दोनों मैट्रिक्स की होणगियां साडियां ईक्वल मैट्रिक्स, क्योंकि उन्होंने एक तो ऑर्डर सेम है तो एक उन्होंने कोरसपोंडिंग एलीमेंट्स भी की ने सेम ने ईक्वल ने। इस करके असीं कहांगे ये दोनों दियां दोनों मैट्रिक्स जिहड़ियां ये दोनों की है ईक्वल। ਉਹਦੇ ਕੋਰਸਪੋਂਡਿੰਗ ही जे ईक्वलेंट मैट्रिक्स होए, ईक्वलेंट मैट्रिक्स ਨੂੰ ਅਸੀਂ इदां लिखते हैं, ये साइन हुंदा ईक्वलेंस का, साइन ऑफ ईक्वलेंस। ठीक है, ए इज़ इक्वलेंट टू बी कदों ए बी दे ईक्वल होएगी, जदों ईक्वलेंट कदों होएगी जदों उहदा सिर्फ और सिर्फ की सेम होएगा, ऑर्डर सेम होएगा। मान लो एक मैट्रिक्स दी है 1 2 3 4 ਇਹਦਾ ऑर्डर 2x2 दी है। उस तरह बी मैट्रिक्स दी है तुहानूं 5 6 7 8 ये भी की है 2x2 ऑर्डर दी है। ਇਹਦਾ सिर्फ की ईक्वल है, ऑर्डर ईक्वल है। ਇਹਦਾ मतलब ये दोनों मैटर ईक्वलेंट ने, ईक्वल नहीं हो सकदियां। ईक्वल होने लिए इन्हां दे कोरसपोंडिंग एलीमेंट भी की होने जरूरी आ, ईक्वल होने जरूरी है कि दोनों के जे कोरसपोंडिंग एलीमेंट भी ईक्वल आ जाएंगे दैन ये मैट्रिक्स की हो जाएगी, यानी दोनों दियां दोनों ईक्वल हो जाएगियां। अदरवाइज जे इन्हां दे सिर्फ और सिर्फ ऑर्डर सेम ने दैन ये दोनों मैट्रिक्स की ने ईक्वलेंट मैट्रिक्स। अज असीं पढ़िया मैट्रिक्स एंड टाइप्स ऑफ मैट्रिक्स। होप तुहानूं सब नूं क्लीयर हो गया होगा। थैंक्स फॉर वॉचिंग, प्लीज़ शेयर एंड लाइक एंड सबसक्राइब आवर चैनल।